ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਇਹੀ। ਧੰਨ ਵਾਹਿਗੁਰੂ ਜੀ। ਰਾਗ ਬਿਲਾਵਲ ਮਹਲਾ ਨੌਵਾਂ। ਦੋ ਪਦੇ ਇੱਕ ਓੰਕਾਰ। ਸਤਿ ਗੁਰ ਪ੍ਰਸਾਦ। ਦੁਖ ਹਰਤਾ ਹਰ ਨਾਮ ਪਛਾਨੋ। ਅਜਾ ਮਲ ਗਨਕਾ ਜੇਹ ਸਿਮਰਤ। ਮੁਕਤ ਭਏ ਜੀ ਜਾਨੋ। ਦੁਖ ਹਰਤਾ ਹਰ ਨਾਮ ਪਛਾਨੋ। ਅਜਾ ਮਲ ਗਨਕਾ ਜੇਹ ਸਿਮਰਤ। ਮੁਕਤ ਭਏ ਜੀ ਜਾਨੋ। ਰਹਾਉ ਗਜ ਕੀ ਤਰਾਸ ਮਿਟੀ ਛਿਨਹੂ ਮਹਿ। ਜਬ ਹੀ ਰਾਮ ਬਖਾਨੋ। ਨਾਰਦ ਕਹਿਤ ਸੁਨਤ ਧਰੂ ਬਾਰਿਕ। ਭਜਨ ਮਾਹਿ ਲਪਟਾਨੋ। ਅਚਲ ਅਮਰ ਨਿਰਭੈ ਪਦ ਪਾਇਓ। ਜਗਤ ਜਾਹਿ ਹੈਰਾਨੋ। ਨਾਨਕ ਕਹਿਤ ਭਗਤ ਰਛਕ ਹਰ। ਨਿਕਟ ਤਾਹਿ ਤੁਮ ਮਾਨੋ। ਅਚਲ ਅਮਰ ਨਿਰਭੈ ਪਦ ਪਾਇਓ। ਜਗਤ ਜਾਹਿ ਹੈਰਾਨੋ। ਨਾਨਕ ਕਹਿਤ ਭਗਤ ਰਛਕ ਹਰ। ਨਿਕਟ ਤਾਹਿ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਦਰਬਾਰ ਦੀ ਹਾਜ਼ਰੀ ਭਰਨ ਦਾ, ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਸ ਦੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਇਹ ਯਤਨ ਆਪਾਂ ਰਲ ਮਿਲ ਕੇ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਅਪਾਰ ਮਿਹਰ ਕਿਰਪਾ ਕਰਕੇ ਜੋ ਸਾਨੂੰ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਣੇ ਜੀਵਨ ਦਾ ਜੋ ਅਨੁਭਵ ਸਤਿਗੁਰੂ ਜੀ ਨੇ ਮੁਬਾਰਕ ਸ਼ਬਦਾਂ ਰਾਹੀਂ ਸਾਡੇ ਨਾਲ ਸਾਂਝਾ ਕੀਤਾ ਹੈ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਦਿਆਂ ਹੋਇਆਂ, ਸਮਝਦਿਆਂ ਹੋਇਆਂ, ਸਾਂਝਿਆਂ ਕਰਦਿਆਂ ਹੋਇਆਂ ਬੜੇ ਬੇਸ਼ਕੀਮਤੀ ਨੁਕਤੇ ਜੋ ਸਾਡੇ ਜੀਵਨ ਨੂੰ ਸਵਾਰਨ ਵਾਲੇ ਹਨ ਔਰ ਅਰਥ ਭਰਪੂਰ ਹਨ, ਆਪਾਂ ਤਿੰਨਾਂ ਨੂੰ ਨਿਰੰਤਰ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰ ਰਹੇ ਹਾਂ। ਆਪ ਜੀ ਨੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਜੋ ਮੁਬਾਰਕ ਸ਼ਬਦ ਹੁਣੇ ਹੀ ਸਰਵਣ ਕੀਤਾ ਹੈ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 830 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਰਾਗ ਬਿਲਾਵਲ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੁੱਲ 3 ਸ਼ਬਦ ਇਸ ਰਾਗ ਵਿੱਚ ਦਰਜ ਨੇ ਔਰ ਕ੍ਰਮ ਅੰਕ ਦੇ ਮੁਤਾਬਕ ਇਹ ਪਹਿਲਾ ਸ਼ਬਦ ਹੈ ਜਿਸ ਦਾ ਆਪ ਜੀ ਨੇ ਪਾਠ ਸੁਣਿਆ ਹੈ। ਸ਼ਬਦ ਦਾ ਸਿਰਲੇਖ ਹੈ ਰਾਗ ਬਿਲਾਵਲ। ਬਿਲਾਵਲ ਰਾਗ ਵਿੱਚ ਮਹੱਲਾ 9ਵਾਂ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 2 ਪਦੇ, ਜਿਸ ਦਾ ਭਾਵ ਹੈ 2 ਪਦਿਆਂ ਵਾਲੇ ਸ਼ਬਦ ਹਨ, 2 ਬੰਦਾਂ ਵਾਲੇ ਸ਼ਬਦ ਹਨ। ਸੰਖੇਪ ਮੰਗਲਾਚਰਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਥਾਂ ਪੁਰ ਥਾਂ ਬਹੁਤ ਵਾਰ ਦਰਜ ਕੀਤਾ ਗਿਆ। ਜਿੱਥੇ ਕੋਈ ਸ਼ਬਦਾਂ ਦੀ ਤਬਦੀਲੀ ਹੁੰਦੀ ਹੈ, ਜਿੱਥੇ ਬਾਣੀ ਰਚਣ ਵਾਲੇ ਮਹਾਂਪੁਰਖਾਂ ਦੇ ਨਾਉਂ ਦੀ ਤਬਦੀਲੀ ਹੁੰਦੀ ਹੈ, ਵਿਸ਼ੇਸ਼ ਬਾਣੀਆਂ ਆਉਂਦੀਆਂ ਹਨ। ਇਸ ਤਰ੍ਹਾਂ ਕੰਟੀਨਿਊ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੰਗਲਾਚਰਨ ਥਾਂ ਪੁਰ ਥਾਂ ਸੁਭਾਇਮਾਨ ਹੈ। ਸੰਖੇਪ ਮੰਗਲਾਚਰਨ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਦਰਜ ਹੈ। ਇੱਕ ਹਿੰਦਸਾ ਇੱਕ 22ਵੀਂ ਕੇਂਦਰੀ ਸੱਤਾ ਦਾ ਲਖਾਇਕ ਹੈ, ਜਿਸ ਨੂੰ ਅਸੀਂ ਸਿੱਧੇ ਔਰ ਸਾਦੇ ਸ਼ਬਦਾਂ ਵਿੱਚ ਸਾਰੀ ਪ੍ਰਕਿਰਤੀ ਦਾ ਮੂਲ ਕਹਿ ਸਕਦੇ ਹਾਂ। ਜਿਸ ਸੱਤਾ ਤੋਂ ਇਹ ਸਮਸਤ ਸੰਸਾਰ ਦੇ ਰੂਪ, ਰੰਗ ਔਰ ਆਕਾਰ ਇਹ ਸਭ ਉਪਜਦੇ ਹਨ, ਜਿਸ ਦੀ ਸੱਤਾ ਨਾਲ ਚੱਲਦੇ ਹਨ ਅਤੇ ਜਿਸ ਦੀ ਸੱਤਾ ਸਦਕਾ ਇਹ ਬਿਨਸ ਜਾਂਦੇ ਹਨ ਔਰ ਇਹ ਪਸਾਰਾ ਨਿਰੰਤਰ ਇਸੇ ਤਰ੍ਹਾਂ ਲਗਾਤਾਰ ਸਫ਼ਰ ਵਿੱਚ ਹੈ। ਦਿਸਦਾ ਅਣਦਿਸਦਾ ਸਮੁੱਚਾ ਪਸਾਰਾ, ਕਿਉਂਕਿ ਅਸੀਂ ਕਈ ਵਾਰ ਪਸਾਰੇ ਨੂੰ ਜਾਂ ਕੁਦਰਤ ਨੂੰ ਇੰਨਾ ਕੁ ਹੀ ਮਿੱਥ ਲੈਂਦੇ ਹਾਂ ਵੀ ਜੋ ਸਾਨੂੰ ਵਿਖਾਈ ਦਿੰਦਾ ਜਾਂ ਜਿੰਨਾ ਅਸੀਂ ਜਾਣਦੇ ਹਾਂ ਜਾਂ ਜਿੰਨੇ ਪਸਾਰੇ ਤੱਕ ਸਾਡੀ ਪਹੁੰਚ ਹੈ। ਨਹੀਂ, ਉਹ ਵੀ ਜੋ ਵਿਖਾਈ ਨਹੀਂ ਦਿੰਦਾ, ਪਰ ਇਸ ਵਿਖਾਈ ਦੇਣ ਵਾਲੇ ਜਗਤ ਦਾ ਮੂਲ ਹੈ, ਇਸ ਨੂੰ ਟਿਕਾਈ ਰੱਖਣ ਵਾਲਾ ਹੈ, ਇਸ ਦੀ ਕਾਇਮੀ ਦੇ ਵਿੱਚ ਯੋਗਦਾਨ ਪਾਉਣ ਵਾਲਾ ਹੈ। ਉਹ ਸਮੁੱਚਾ ਪਸਾਰਾ ਵੀ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ, ਜਿਸ ਨੂੰ ਅਸੀਂ ਜਾਣਦੇ ਨਹੀਂ, ਜੋ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਨਜ਼ਰ ਤੋਂ ਪਰੇ ਹੈ, ਉਹ ਸਾਰੇ ਦਾ ਸਾਰਾ ਕੁਦਰਤ ਦਾ ਹੀ ਅਭਿੰਨ ਅੰਗ ਅਤੇ ਹਿੱਸਾ ਹੈ। ਅਤੇ ਸਮੁੱਚਾ ਪਸਾਰਾ ਜਿਹੜਾ ਇਹਦਾ ਬੇਸ ਹੈ ਇੱਕ 22ਵੀਂ ਸੱਤਾ, ਜਿਸ ਨੂੰ ਸਾਹਿਬ ਨੇ ਬਾਣੀ ਵਿੱਚ ਵੱਖ-ਵੱਖ ਸ਼ਬਦਾਂ ਦੇ ਨਾਲ ਬਿਆਨ ਕੀਤਾ ਹੈ, ਡਿਫਾਈਨ ਕੀਤਾ ਹੈ। ਉਸ ਨੂੰ ਕਾਦਰ ਵੀ ਆਖਿਆ, ਸਿਰਜਕ ਸੱਤਾ ਹੈ। ਉਸ ਨੂੰ ਕਰਤਾ ਵੀ ਕਿਹਾ ਹੈ, ਕ੍ਰੀਏਟਰ ਹੈ, ਬਣਾਉਣ ਵਾਲਾ ਹੈ। ਉਸ ਨੂੰ ਸੰਚਾਲਕ, ਚਲਾਉਣ ਵਾਲਾ ਵੀ ਕਿਹਾ ਹੈ, ਸਿਰਜਣਹਾਰ ਵੀ ਕਿਹਾ ਹੈ, ਸਿਰਜਣਾਤਮਕ ਤਾਕਤ ਹੈ ਉਹ। ਫਿਰ ਇਸ ਦਾ ਪਾਲਣਹਾਰ ਵੀ ਹੈ, ਰਾਜ਼ਕ ਕਿਹਾ ਹੈ, ਰਹੀਮ ਕਿਹਾ ਹੈ। ਫਿਰ ਇਸ ਦਾ ਘਾਲਕ ਵੀ ਹੈ, ਨਾਸ਼ ਕਰਨ ਵਾਲਾ ਵੀ ਹੈ, ਅਤੇ ਓਤ ਪੋਤ ਹੈ ਆਪਣੇ ਸਮੁੱਚੇ ਪਸਾਰੇ ਦੇ ਵਿੱਚ। ਤੋ ਸਾਹਿਬ ਸਤਿਗੁਰੂ ਮਹਾਰਾਜ ਨੇ ਇਸੇ ਕਰਕੇ ਉਸ ਦਾ ਬਾਰ-ਬਾਰ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਔਰ ਉਹਦੀ ਐਕਸਪਲੇਨੇਸ਼ਨ ਵੀ ਨਾਲ ਇਹ ਦਿੱਤੀ ਹੈ। ਓੰਕਾਰ ਜੋ ਇੱਕ ਰਸ ਸਮੁੱਚੀ ਕਾਇਨਾਤ ਵਿੱਚ ਵਿਆਪਕ ਹੈ, ਤਾਣੇ ਪੇਟੇ ਵਾਂਗ, ਜਿਸ ਨੂੰ ਓਤ ਪੋਤ ਪ੍ਰਭ ਸੋਈ ਲਿਖਿਆ। ਤੋ ਸਤ ਸ਼ਬਦ ਜਿਹੜਾ ਹੈ, ਇਸ ਦਾ ਭਾਵ ਹੈ ਸਦੀਵ ਕਾਲ ਹਸਤੀ ਜਾਂ ਸਦੀਵ ਕਾਲ ਹੋਂਦ ਵਾਲਾ, ਜਿਸ ਉੱਤੇ ਸਮੇਂ ਦਾ, ਕਾਲ ਦਾ, ਜਗ੍ਹਾ ਦਾ, ਘਟਨਾਵਾਂ ਦਾ ਕੋਈ ਪ੍ਰਭਾਵ ਨਹੀਂ। ਉਹ ਸਦੀਵ ਹੈ ਔਰ ਥਿਰ ਹੈ। ਗੁਰੂ ਦੀ ਮਿਹਰ, ਗੁਰ ਪ੍ਰਸਾਦ, ਆਤਮ ਗਿਆਨ ਸਦਕਾ, ਸਤਿਗੁਰੂ ਦੀ ਮਿਹਰ ਸਦਕਾ ਉਸ ਦਾ ਬੋਧ ਹੁੰਦਾ ਹੈ। ਬਖਸ਼ਿਸ਼ ਨਾਲ ਉਸ ਦੀ ਸੋਝੀ ਅਤੇ ਉਸ ਦਾ ਅਨੁਭਵ ਜੀਵਨ ਨੂੰ ਹੁੰਦਾ ਹੈ। ਇਸ ਤੋਂ ਅੱਗੇ ਸ਼ਬਦ ਦੀ ਆਰੰਭਤਾ ਹੁੰਦੀ ਹੈ। ਰਹਾਉ ਦਾ ਬੰਦ ਹੈ, ਜਿਸ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਫਰਮਾਇਆ ਹੈ, ਦੁੱਖ ਹਰਤਾ ਹਰ ਨਾਮ ਪਛਾਨੋ। ਦੁੱਖ ਸਾਡਾ ਇੱਕ ਅਨੁਭਵ ਹੈ, ਚੇਤੇ ਵਿੱਚ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੁੱਖ ਦੀ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਆਪਣੀ ਪਰਿਭਾਸ਼ਾ ਹੈ।
ਇੱਕ ਉਹ ਦੁੱਖ ਹਨ ਜਿਹੜੇ ਸਾਡੇ ਜੀਵਨ ਸਫ਼ਰ ਦਾ ਅਭਿੰਨ ਹਿੱਸਾ ਨੇ। ਜਿਵੇਂ ਮੈਂ ਇੱਕ ਉਦਾਹਰਨ ਦਿੰਦਾ ਹਾਂ, ਕੋਈ ਵਸਤੂ ਸਾਨੂੰ ਮਿਲਦੀ ਹੈ ਅਤੇ ਸਾਨੂੰ ਇੱਕ ਖੁਸ਼ੀ ਜਾਂ ਇੱਕ ਚਾਅ ਹੁੰਦਾ ਹੈ ਅਤੇ ਸਾਡੇ ਅੰਦਰ ਇੱਕ ਉਤਸ਼ਾਹ ਪੈਦਾ ਹੁੰਦਾ ਹੈ। ਉਹੀ ਮਿਲੀ ਹੋਈ ਵਸਤੂ ਸਾਡੇ ਤੋਂ ਦੂਰ ਹੋ ਜਾਏ ਤਾਂ ਸਾਡੇ ਅੰਦਰ ਇੱਕ ਉਦਾਸੀ, ਮਾਯੂਸੀ, ਪਰ ਸਾਡੇ ਅੰਦਰ ਇੱਕ ਤਕਲੀਫ ਦੀ ਭਾਵਨਾ ਪੈਦਾ ਹੁੰਦੀ, ਫੀਲਿੰਗ ਪੈਦਾ ਹੁੰਦੀ। ਉਹ ਜਿਹੜੀ ਫੀਲਿੰਗ ਹੈ ਉਹ ਦੁੱਖ ਹੈ। ਪਰ ਉਹ ਦੁੱਖ ਕਿਉਂ ਹੈ? ਕਿਉਂਕਿ ਜਿਹੜੀ ਚੀਜ਼ ਸਾਨੂੰ ਮਿਲੀ ਉਸ ਨਾਲ ਸਾਡੀ ਅਟੈਚਮੈਂਟ, ਸਾਡਾ ਮੋਹ ਪੈ ਗਿਆ, ਖਿੱਚ ਸੀ। ਜਦੋਂ ਖਿੱਚ ਟੁੱਟਦੀ ਹੈ, ਉਹਨੂੰ ਤਕਲੀਫ ਪਹੁੰਚਦੀ ਉਸ ਖਿੱਚ ਨੂੰ, ਸਾਡੀ ਅਟੈਚਮੈਂਟ ਦੇ ਦਰਮਿਆਨ ਕੋਈ ਖਲਲ ਪੈਂਦਾ ਹੈ, ਕੋਈ ਕਿਸੇ ਤਰ੍ਹਾਂ ਦਾ ਵਿਘਨ ਪੈਂਦਾ ਹੈ, ਤਾਂ ਉਹ ਸਾਡਾ ਮਨ, ਸਾਡਾ ਉਹ ਜਜ਼ਬਾ ਤਕਲੀਫ ਮਹਿਸੂਸ ਕਰਦਾ ਹੈ। ਪਦਾਰਥ ਆਪਣੇ ਆਪ ਵਿੱਚ ਨਾ ਸੁੱਖ ਹੈ ਨਾ ਦੁੱਖ ਹੈ। ਉਸ ਪਦਾਰਥ ਨਾਲ ਸਾਡਾ ਰਿਸ਼ਤਾ ਅਤੇ ਰਿਲੇਸ਼ਨ ਕਿਹੋ ਜਿਹਾ ਹੈ, ਉਹਦੇ ਆਧਾਰ ਦੇ ਉੱਤੇ ਹੀ ਸਾਡੇ ਅੰਦਰ ਦੁੱਖ ਜਾਂ ਸਾਡੇ ਅੰਦਰ ਸੁੱਖ ਦਾ ਅਨੁਭਵ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬੜੇ ਪੱਖਾਂ ਤੋਂ ਦੁੱਖ ਦੀ ਵਿਆਖਿਆ ਕੀਤੀ ਹੈ, ਬੜੇ ਪੱਖਾਂ ਤੋਂ ਸਤਿਗੁਰੂ ਨੇ ਸੁੱਖ ਦੀ ਵਿਆਖਿਆ ਕੀਤੀ ਹੈ। ਇੱਥੇ ਜੋ ਸਤਿਗੁਰੂ ਮਹਾਰਾਜ ਨੇ ਦੁੱਖ ਸ਼ਬਦ ਵਰਤਿਆ ਹੈ, ਇੱਥੇ ਦੁੱਖ ਹੈ ਅਗਿਆਨ ਵਿੱਚੋਂ ਪੈਦਾ ਹੋਇਆ ਦੁੱਖ। ਸਾਹਿਬ ਸਤਿਗੁਰੂ ਮਹਾਰਾਜ ਨੇ ਇਸ ਰਹਾਉ ਦੇ ਬੰਦ ਵਿੱਚ ਜ਼ਿਕਰ ਕੀਤਾ ਹੈ ਵੀ ਦੁੱਖਾਂ ਨੂੰ ਹਰਨ ਵਾਲਾ ਵੀ ਕੋਈ ਹੈ। ਹਰਤਾ ਦਾ ਮਤਲਬ ਹੁੰਦਾ ਹੈ ਨਾਸ਼ ਕਰ ਦੇਣਾ, ਖਤਮ ਕਰ ਦੇਣਾ, ਡਿਸਟਰੋਏ ਕਰ ਦੇਣਾ। ਉਹ ਦੁੱਖ ਦੇ ਕਾਰਨ ਅੰਦਰੋਂ ਮਿਟਾ ਦੇਣਾ। ਉਹ ਦੁੱਖ ਦਾ ਕਾਰਨ ਕੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਕੀਤਾ ਹੈ? ਉਹ ਹੈ ਅਵਗਣ ਨਾਲ ਜੁੜੇ ਹੋਣ ਕਰਕੇ, ਵਕਾਰ ਜਾਂ ਵਿਸ਼ੇ ਨਾਲ ਜੁੜੇ ਹੋਣ ਕਰਕੇ ਉਸ ਵਿੱਚੋਂ ਜਿਹੜੀ ਆਤਮਿਕ ਔਰ ਮਾਨਸਿਕ ਤਕਲੀਫ ਪੈਦਾ ਹੁੰਦੀ ਹੈ, ਉਸ ਦੁੱਖ ਨੂੰ ਦੂਰ ਕਰ। ਇੱਥੇ ਕੋਈ ਪਦਾਰਥਕ ਦੁੱਖ ਦਾ ਜ਼ਿਕਰ ਸਤਿਗੁਰੂ ਨਹੀਂ ਕਰ ਰਿਹਾ। ਇੱਥੇ ਦੁੱਖ ਦਾ ਸਤਹੀ ਅਰਥ ਸਤਿਗੁਰੂ ਨਹੀਂ ਕਰ ਰਿਹਾ। ਕਈ ਵਾਰ ਇਸ ਤਰ੍ਹਾਂ ਵਾਪਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਸ਼ਬਦ 'ਤੇ ਵੇਖ ਲੈਂਦੇ ਹਾਂ ਵੀ ਸੁੱਖ, ਪੰਕਤੀ ਵਿੱਚ ਕਿਤੇ ਸੁੱਖ ਸ਼ਬਦ ਆ ਗਿਆ, ਕਿਤੇ ਦੁੱਖ ਸ਼ਬਦ ਆ ਗਿਆ, ਪਰ ਉਹਦੀ ਐਕਸਪਲੇਨੇਸ਼ਨ ਜਾਂ ਉਹਦੀ ਵਿਆਖਿਆ ਕੀ ਹੈ ਉੱਥੇ ਅਸੀਂ ਉਸ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਜਿਸ ਕਰਕੇ ਹਰ ਜਗ੍ਹਾ 'ਤੇ ਦੁੱਖ ਦਾ ਅਰਥ ਵੀ ਇੱਕੋ ਚੱਲਿਆ ਜਾਂਦਾ ਹੈ, ਲੈ ਲਿਆ ਜਾਂਦਾ ਹੈ, ਅਤੇ ਸੁੱਖ ਦਾ ਅਰਥ ਵੀ ਇੱਕੋ ਹੀ ਲੈ ਲਿਆ ਜਾਂਦਾ ਹੈ। ਅਤੇ ਸਾਡੀ ਦ੍ਰਿਸ਼ਟੀ ਵਿੱਚ ਸੁੱਖ ਅਤੇ ਦੁੱਖ ਦੇ ਅਰਥ ਜਿਹੜੇ ਨੇ ਉਹ ਬੜੇ ਅਸੀਂ ਨਿਗੁਣੇ ਜਿਹੇ, ਬੜੇ ਸਤਹੀ ਜਿਹੇ ਲੈ ਕੇ ਆਮ ਜੀਵਨ ਵਿੱਚ ਚੱਲਦੇ ਹਾਂ ਵੀ ਜੋ ਮੈਨੂੰ ਸੂਟ ਕਰਦਾ ਹੈ, ਜੋ ਮੈਨੂੰ ਫਿੱਟ ਬਹਿੰਦਾ ਉਹ ਸੁੱਖ ਹੈ, ਜੋ ਨਹੀਂ ਬਹਿੰਦਾ ਉਹ ਦੁੱਖ ਹੈ। ਹਾਲਾਂਕਿ ਅਰਥ ਵੀ ਗਲਤ ਨਹੀਂ ਹਨ, ਪਰ ਇਹਨਾਂ ਅਰਥਾਂ ਵਿੱਚ ਕੋਈ ਗਹਿਰਾਈ ਨਹੀਂ ਹੈ। ਇਹ ਸਵਾਰਥ ਉੱਤੇ ਖੜ੍ਹੇ ਹੋਏ ਅਰਥ ਹਨ। ਗੁਰੂ ਪਾਤਸ਼ਾਹ ਜੀ ਜਿੱਥੇ ਦੁੱਖ ਦਾ ਜ਼ਿਕਰ ਕਰਦੇ ਨੇ ਉੱਥੇ ਦੁੱਖ ਦੀ ਵਿਆਖਿਆ ਵੀ ਨਾਲ ਕਰਦੇ ਨੇ ਵੀ ਕਿਹੜੇ ਪੱਖ ਦਾ ਦੁੱਖ ਹੈ। ਇੱਥੇ ਦੁੱਖ ਨੂੰ ਡਿਫਾਈਨ ਕਿਵੇਂ ਕੀਤਾ ਗਿਆ, ਉਹਦੀ ਐਕਸਪਲੇਨੇਸ਼ਨ ਕੀ ਹੈ, ਉਹਨੂੰ ਪਰਿਭਾਸ਼ਿਤ ਕਿਵੇਂ ਕੀਤਾ ਗਿਆ। ਤਾਂ ਗੁਰੂ ਨੌਵੇਂ ਪਾਤਸ਼ਾਹ ਨੇ ਇੱਥੇ ਦੁੱਖ ਕਿਹੜਾ ਹੈ ਉਸ ਨੂੰ ਵੀ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੁਝ ਉਦਾਹਰਣਾਂ ਦੇ ਕੇ ਬਿਆਨ ਕੀਤਾ। ਆਪਾਂ ਸਭ ਤੋਂ ਪਹਿਲਾਂ ਪਹਿਲੀ ਪੰਕਤੀ ਨੂੰ ਸਮਝਣ ਦਾ ਯਤਨ ਕਰੀਏ। ਦੁੱਖ ਹਰਤਾ ਹਰ ਨਾਮ ਪਛਾਨੋ। ਇਹ ਭਾਈ ਦੁੱਖਾਂ ਦਾ ਨਾਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦੀ ਹੋਂਦ ਦਾ ਬੋਧ, ਨਾਮ ਦਾ ਅਰਥ ਹੈ ਹੋਂਦ ਹੋਣਾ, ਅਤੇ ਉਹਦੇ ਹੋਣ ਦਾ ਅਹਿਸਾਸ ਜਦੋਂ ਸਾਨੂੰ ਹੋਏ ਵੀ ਇੱਕ ਸੱਤਾ ਹੀ ਸਾਰੇ ਪਾਸੇ ਕਿਰਿਆਸ਼ੀਲ ਹੈ। ਰੂਪ, ਰੰਗ, ਆਕਾਰ ਉਪਜਦੇ ਨੇ, ਬਿਨਸਦੇ ਨੇ। ਉਹ ਪਰਮੇਸ਼ਰੀ ਸੱਤਾ ਦੇ ਵਜੂਦ ਵਿੱਚੋਂ ਹੀ ਸਭ ਕੁਝ ਉਸਰਦਾ ਹੈ, ਚੱਲਦਾ ਹੈ ਅਤੇ ਢਹਿੰਦਾ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੂਲ ਧੁਰਾ ਮੰਨਿਆ ਬਾਣੀ ਦੇ ਵਿੱਚ, ਹਰ ਚੀਜ਼ ਦਾ, ਇਬਾਦਤ ਦਾ ਵੀ, ਰਜ਼ਾ ਦਾ ਵੀ, ਹੁਕਮ ਦਾ ਵੀ, ਜੀਵਨ, ਹਰ ਚੀਜ਼ ਦਾ, ਸਮੁੱਚੀ ਕੁਦਰਤ ਦਾ ਵੀ। ਤੋ ਜਦੋਂ ਸਾਨੂੰ ਉਸ ਦਾ ਬੋਧ ਹੁੰਦਾ ਹੈ, ਉਸ ਦੀ ਸੋਝੀ ਹੁੰਦੀ ਹੈ, ਉਸ ਪ੍ਰਤੀ ਅਨੁਭਵ ਹੁੰਦਾ ਹੈ, ਤਾਂ ਪਾਤਸ਼ਾਹ ਕਹਿੰਦੇ ਨੇ ਫਿਰ ਸਾਡਾ ਉਹ ਦੁੱਖ ਘਟਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸਾਡਾ ਦੁੱਖ ਖੜਾ ਹੋਇਆ ਹੈ ਅਗਿਆਨ ਦੇ ਉੱਤੇ,
ਉਹ ਅਗਿਆਨ ਕਾਹਦਾ ਹੈ, ਉਹ ਬੇਸਮਝੀ ਕਾਹਦੀ ਹੈ। ਉਸ ਪਰਮੇਸ਼ਰ ਦੀ, ਉਸ ਹਕੀਕਤ ਦੀ ਸੋਝੀ ਨਹੀਂ ਹੈ, ਇਹੀ ਅਗਿਆਨਤਾ ਹੈ। ਅਤੇ ਇਹ ਅਗਿਆਨ ਜਦੋਂ ਮਿਟ ਜਾਂਦਾ ਹੈ ਤਾਂ ਉਹਦੇ ਬੇਸ 'ਤੇ ਖੜ੍ਹੇ ਹੋਏ ਦੁੱਖ ਵੀ ਆਪਣੇ ਆਪ ਢਹਿ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਜਿਵੇਂ ਕਿਸੇ ਚੀਜ਼ ਦੀ ਨੀਂਹ ਖਤਮ ਕਰ ਦਿੱਤੀ ਜਾਏ ਜਾਂ ਜੜ੍ਹ ਵੱਢ ਦਿੱਤੀ ਜਾਏ ਤਾਂ ਉਹ ਦਰਖਤ ਆਪਣੇ ਆਪ ਸੁੱਕ ਜਾਂਦਾ ਹੈ, ਉਹ ਮਹਿਲ ਆਪਣੇ ਆਪ ਡਿੱਗ ਜਾਂਦਾ ਹੈ ਜਿਹਦੀ ਅਸੀਂ ਨੀਂਹ ਹਿਲਾ ਦਿੰਦੇ ਹਾਂ। ਅਗਿਆਨ ਆਸ਼ਰਿਤ, ਅਗਿਆਨ ਦੇ ਬੇਸ ਉੱਤੇ ਖੜ੍ਹੇ ਹੋਏ ਦੁੱਖ ਵੀ ਆਪਣੇ ਆਪ ਵਿੰਸਣੇ ਸ਼ੁਰੂ ਹੋ ਜਾਂਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਦੀ ਪਛਾਣ ਕਰੋ, ਉਸ ਨੂੰ ਸਮਝੋ, ਉਸ ਨੂੰ ਜਾਣੋ, ਉਸ ਦਾ ਬੋਧ ਕਰੋ। ਹੁਣ ਸਤਿਗੁਰੂ ਦੁੱਖ ਨੂੰ ਪਰਿਭਾਸ਼ਿਤ ਕਰਦੇ ਨੇ ਅਗਲੀ ਪੰਕਤੀ ਵਿੱਚ, ਅਤੇ ਉਦਾਹਰਨਾਂ ਸਤਿਗੁਰੂ ਮਹਾਰਾਜ ਨੇ 2 ਕਿਰਦਾਰਾਂ ਦੀਆਂ ਦਿੱਤੀਆਂ ਨੇ। ਭਾਗਵਤ ਪੁਰਾਣ ਦੇ ਵਿੱਚ ਇਹ ਕਥਾਵਾਂ ਹਨ, ਔਰ ਇਹ ਕਥਾ ਹੈ ਅਜਾਮਲ, ਇੱਕ ਬ੍ਰਾਹਮਣ ਵਿਦਵਾਨ ਪੰਡਤ ਦੀ, ਜਿਹੜਾ ਧਾਰਮਿਕ ਪੁਸਤਕਾਂ ਦਾ ਗਿਆਤਾ ਹੈ, ਵਿਚਾਰਕ ਹੈ ਅਤੇ ਉਪਦੇਸ਼ ਦੇਣ ਵਾਲਾ ਹੈ। ਪਰ ਉਹ ਵਿਕਾਰੀ ਹੋ ਜਾਂਦਾ। ਵਿਕਾਰੀ ਹੋ ਕੇ ਉਹ ਆਪਣੇ ਕਿਰਦਾਰ ਨੂੰ, ਆਪਣੇ ਜੀਵਨ ਨੂੰ ਦਾਗ ਲਾ ਲੈਂਦਾ ਹੈ ਔਰ ਆਪਣੇ ਫਰਜ਼ ਭੁੱਲ ਜਾਂਦਾ ਹੈ। ਦੂਸਰੀ ਉਦਾਹਰਣ ਇੱਕ ਔਰਤ ਦੀ ਹੈ, ਜਿਹੜੀ ਜਿਸ ਬਾਬਤ ਪੁਰਾਣਕ ਕਥਾਵਾਂ ਦੇ ਵਿੱਚ ਇਹ ਹਵਾਲਾ ਔਰ ਜ਼ਿਕਰ ਹੈ ਵੀ ਉਹ ਵੀ ਆਪਣੇ ਕਿਰਦਾਰ ਨੂੰ ਦਾਗੀ ਕਰ ਲੈਂਦੀ ਹੈ, ਪਰ ਪੁਰਸ਼ਾਂ ਦਾ ਸੰਗ ਕਰਦੀ। ਯਾਨੀ ਕਿ ਇਹ ਦੋਵੇਂ ਕਰੈਕਟਰ ਜਿਹੜੇ ਨੇ ਇਹ ਕਾਮ ਵਿੱਚ ਗ੍ਰਸਤ ਨੇ ਪੁਰਾਣਕ ਕਥਾਵਾਂ ਦੇ ਅਨੁਸਾਰ, ਅਜਾਮਲ ਔਰ ਗਨਕਾ। ਇੱਕ ਚੀਜ਼ ਦਾ ਖਿਆਲ ਕਰੀਏ, ਗੁਰੂ ਸਾਹਿਬ ਬਾਣੀ ਦੇ ਵਿੱਚ ਜੋ ਪੁਰਾਣੇ ਪੌਰਾਣਿਕ ਮਿਥਕ ਹਵਾਲੇ ਹਨ ਉਸ ਨੂੰ ਐਜ਼ ਏ ਮਟੀਰੀਅਲ ਯੂਜ਼ ਕਰਦੇ ਨੇ ਆਪਣੀ ਮੁਬਾਰਕ ਬਾਣੀ ਵਿੱਚ, ਕਿਉਂਕਿ ਉਹਨਾਂ ਵਿੱਚ ਇੱਕ ਸਪਿਰਿਟ ਹੈ, ਉਹਨਾਂ ਵਿੱਚ ਇੱਕ ਮੈਸੇਜ ਹੈ। ਜਿਵੇਂ ਮੈਂ ਕਈ ਵਾਰ ਇਹ ਉਦਾਹਰਣ ਦਿੱਤੀ ਹੈ, ਕੋਈ ਅਸੀਂ ਘਰ ਬਣਾਉਣਾ ਚਾਹੁੰਦੇ ਹਾਂ, ਮਕਾਨ ਉਸਾਰਨਾ ਚਾਹੁੰਦੇ ਹਾਂ, ਅਤੇ ਜਿਹੜੀ ਜਗ੍ਹਾ 'ਤੇ ਅਸੀਂ ਮਕਾਨ ਉਸਾਰਨਾ ਉੱਥੇ ਪਹਿਲਾਂ ਹੀ ਇੱਕ ਮਕਾਨ ਖੜ੍ਹਾ ਹੈ, ਇੱਕ ਬਿਲਡਿੰਗ ਖੜ੍ਹੀ ਹੈ ਪੁਰਾਣੀ। ਹੁਣ ਜਗ੍ਹਾ ਉਹ ਹੈ, ਅਸੀਂ ਉਸਾਰੀ ਵੀ ਉੱਥੇ ਕਰਨੀ ਹੈ, ਤਾਂ ਅਸੀਂ ਕੀ ਕਰਦੇ ਹਾਂ ਵੀ ਉਸ ਪੁਰਾਣੇ ਮਕਾਨ ਨੂੰ ਅਸੀਂ ਢਾਹ ਦਿੰਦੇ ਹਾਂ, ਜਗ੍ਹਾ ਨੂੰ ਸਾਫ਼ ਕਰਦੇ ਹਾਂ, ਨਵੀਂ ਬਿਲਡਿੰਗ ਦੇ ਯੋਗ ਬਣਾਉਂਦੇ ਹਾਂ। ਨਵੀਂ ਇਮਾਰਤ ਉਸਾਰਨ ਵਾਸਤੇ ਉਸ ਜਗ੍ਹਾ ਨੂੰ ਵਰਤੋਂ ਵਿੱਚ ਲਿਆਉਣ ਵਾਸਤੇ ਯੋਗ ਬਣਾ ਲਿਆ ਜਾਂਦਾ ਹੈ। ਫਿਰ ਜਦੋਂ ਉਸਾਰੀ ਕੀਤੀ ਜਾਂਦੀ ਹੈ, ਜੋ ਪੁਰਾਣੀ ਬਿਲਡਿੰਗ ਦਾ ਮਟੀਰੀਅਲ ਹੁੰਦਾ ਹੈ, ਉਸ ਵਿੱਚੋਂ ਲੋਹਾ ਨਿਕਲਿਆ, ਲੱਕੜ ਨਿਕਲੀ, ਇੱਟਾਂ ਨਿਕਲੀਆਂ, ਉਸ ਮਟੀਰੀਅਲ ਨੂੰ ਵੀ ਅਸੀਂ ਨਵੀਂ ਬਿਲਡਿੰਗ ਵਿੱਚ ਥਾਂ ਥਾਂ ਜਿੱਥੇ ਜਿੱਥੇ ਉਹਦੀ ਵਰਤੋਂ ਅਸੀਂ ਕਰ ਸਕਦੇ ਹੁੰਦੇ ਹਾਂ ਉਹਦੀ ਵਰਤੋਂ ਕਰਦੇ ਹਾਂ। ਇਵੇਂ ਨਵੇਂ ਮਕਾਨ ਵਾਸਤੇ, ਨਵੀਂ ਬਿਲਡਿੰਗ ਵਾਸਤੇ ਪੁਰਾਣੀ ਬਿਲਡਿੰਗ ਦਾ ਮਲਬਾ, ਚੀਜ਼ਾਂ, ਸਾਮਾਨ, ਮਟੀਰੀਅਲ ਵੀ ਵਰਤੋਂ ਵਿੱਚ ਆ ਜਾਂਦਾ ਹੈ। ਇਸੇ ਤਰੀਕੇ ਨਾਲ ਜੋ ਪਰੰਪਰਾ ਹੈ, ਜੋ ਸਾਹਿਤ ਦੀਆਂ ਉਦਾਹਰਨਾਂ ਹਨ, ਜੋ ਲੋਕ ਮਾਨਸਿਕਤਾ ਵਿੱਚ ਟਿਕੀਆਂ ਹੋਈਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਲੋਕ ਮੰਨਦੇ, ਯਕੀਨ ਕਰਦੇ, ਜਿਨ੍ਹਾਂ ਦੀ ਜਿਹੜੀ ਬੋਲਚਾਲ ਦਾ ਹਿੱਸਾ ਨੇ, ਉਹ ਸਾਰੀਆਂ ਚੀਜ਼ਾਂ ਵੀ ਕਦੇ ਵੀ ਇੱਕੋਦਮ ਖਤਮ ਨਹੀਂ ਹੁੰਦੀਆਂ, ਨਾ ਉਹ ਮੁੱਕਦੀਆਂ ਨੇ। ਉਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਲੋਕਾਂ ਦੀ ਮਾਨਸਿਕਤਾ ਦਾ ਭਾਗ ਨੇ, ਔਰ ਉਹਨਾਂ ਨੇ ਚੱਲਦੀਆਂ ਰਹਿਣਾ ਹੁੰਦਾ। ਜਿਵੇਂ ਅਸੀਂ ਬੋਲੀ ਦੀ ਗੱਲ ਲੈ ਲਈਏ, ਭਾਸ਼ਾ ਦੀ ਗੱਲ ਲੈ ਲਈਏ, ਲਫ਼ਜ਼ਾਂ ਦੀ ਗੱਲ ਲੈ ਲਈਏ, ਤੌਰ ਤਰੀਕਿਆਂ ਦੀ ਗੱਲ ਲੈ ਲਈਏ, ਖਾਣ ਪਹਿਰਾਣ ਦੀ ਗੱਲ ਲੈ ਲਈਏ, ਪਹਿਨਣ ਦੀ ਗੱਲ ਲੈ ਲਈਏ, ਕੁਝ ਪਰੰਪਰਾਵਾਂ ਦੀ ਗੱਲ ਲੈ ਲਈਏ, ਕਿੰਨਾ ਕੁਝ ਹੈ ਜਿਸ ਨੂੰ ਚਾਹ ਕੇ ਵੀ ਮਨੁੱਖ ਛੱਡ ਕੇ ਕਿਸੇ ਪਾਸੇ ਨਿਕਲ ਨਹੀਂ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਉਪਦੇਸ਼ ਨੂੰ ਡਿਲੀਵਰ ਕਰਨ ਲਈ, ਲੋਕ ਮਾਨਸਿਕਤਾ ਦੇ ਵਿੱਚ ਟਿਕਾਈ ਰੱਖਣ ਲਈ ਇਸ ਮਟੀਰੀਅਲ ਨੂੰ ਵਰਤੋਂ ਵਿੱਚ ਲਿਆਂਦਾ ਹੈ। ਪਰ ਮੈਂ ਇੱਥੇ ਇਹ ਵੀ ਕਹਾਂਗਾ ਵੀ ਜਿੱਥੇ ਜਿੱਥੇ ਉਹ ਚੀਜ਼ ਕੰਮ ਆਉਂਦੀ ਹੈ, ਜਿਸ ਰੁੱਖ ਵਿੱਚ ਗੁਰੂ ਮਹਾਰਾਜ ਨੇ ਇਸ ਨੂੰ ਵਰਤਿਆ ਹੈ, ਸਾਨੂੰ ਉਹ ਪੱਖ ਵੀ ਨਾਲ ਨਾਲ ਸਮਝਣਾ ਪਏਗਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਦਾਹਰਣ ਵਰਤੀ ਹੈ ਅਜਾਮਲ, ਗਨਕਾ। ਇਹ ਦੋਵੇਂ ਹੀ ਕਿਰਦਾਰ ਪੁਰਾਣਕ ਕਥਾਵਾਂ ਦੇ ਅਨੁਸਾਰ ਕਾਮਗ੍ਰਸਤ ਨੇ, ਬਦ ਚੱਲਣੀ ਦੇ ਰਾਹ 'ਤੇ ਪਏ ਹੋਏ ਨੇ, ਆਪਣੇ ਫਰਜ਼ ਔਰ ਆਪਣੇ ਕਿਰਦਾਰ ਤੋਂ ਡਿੱਗੇ ਹੋਏ ਨੇ। ਪਰ ਇਹ ਦੋਵੇਂ ਹੀ ਕਿਰਦਾਰ ਇੱਕ ਮੋੜਾ, ਇੱਕ ਟਰਨਿੰਗ ਪੁਆਇੰਟ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ,
ਜਿੱਥੋਂ ਇਹ ਫੇਰ ਸੱਚ ਵਾਲੇ ਪਾਸੇ, ਚੰਗਿਆਈ ਵਾਲੇ ਪਾਸੇ ਮੋੜ ਕੱਟਦੇ, ਯਾਨੀ ਕਿ ਆਪਣੇ ਔਗਣਾਂ ਤੋਂ ਤੌਬਾ ਕਰਕੇ ਫਿਰ ਨੇਕ ਅਮਲ ਵਾਲੇ ਪਾਸੇ, ਨੇਕ ਰਾਹ ਵਾਲੇ ਪਾਸੇ ਮੋੜਾ ਕੱਟ ਲੈਂਦੇ ਨੇ। ਅਜਾਮਲ ਦੀ ਕਹਾਣੀ ਵਿੱਚ ਵੀ ਇਸੇ ਤਰ੍ਹਾਂ ਹੈ ਔਰ ਗਨਕਾ ਦੀ ਕਹਾਣੀ ਵਿੱਚ ਵੀ ਇਸੇ ਤਰ੍ਹਾਂ ਹੈ। ਔਰ ਸਾਹਿਬ ਸਤਿਗੁਰੂ ਮਹਾਰਾਜ ਨੇ ਇਹਨਾਂ ਉਦਾਹਰਨਾਂ ਨੂੰ ਇਸ ਰੁਖ ਵਿੱਚ ਹੀ ਵਰਤਿਆ। ਤੋ ਪਾਤਸ਼ਾਹ ਜੀ ਫਰਮਾਉਂਦੇ ਨੇ, ਅਜਾਮਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ। ਹੇ ਭਾਈ, ਜੀ ਕਰਕੇ ਜਾਣ ਲੈ ਇਸ ਗੱਲ ਨੂੰ ਵੀ ਅਜਾਮਲ ਔਰ ਗਨਕਾ ਵਰਗੇ ਕਿਰਦਾਰ ਜਿਹੜੇ ਕਿ ਵਿਸ਼ਿਆਂ ਵਿੱਚ ਗ੍ਰਸਤ ਸਨ, ਜਿਹੜੇ ਵਕਾਰ ਵਿੱਚ ਮੁਬਤਲਾ ਸਨ, ਜਿਹੜੇ ਪਲੀਤ ਸੁਰਤ ਕਰਕੇ ਪਲੀਤ ਕਿਰਦਾਰ ਤੇ ਕਰਮ ਵਾਲੇ ਬਣ ਗਏ ਸਨ, ਉਹ ਵੀ ਆਪਣੇ ਮੰਦ ਆਚਰਣ ਤੋਂ ਮੁਕਤ ਹੋ ਗਏ, ਰਹਿਤ ਹੋ ਗਏ। ਉਹਨਾਂ ਦਾ ਸਨਮਾਨ ਜੇ ਹੋਇਆ ਤਾਂ ਉਹਨਾਂ ਦੇ ਜੀਵਨ ਵਿੱਚ ਕਿੱਥੋਂ ਮੋੜ ਆਇਆ, ਜਿੱਥੇ ਉਹਨਾਂ ਨੇ ਆਪਣੇ ਸਿਰਜਣਹਾਰ ਪਰਮੇਸ਼ਰ ਵੱਲ ਰੁਖ ਕੀਤਾ। ਇੱਥੇ ਸਤਿਗੁਰੂ ਟਾਰਗੇਟ, ਨਿਸ਼ਾਨਾ ਕਿਹੜੀ ਚੀਜ਼ ਨੂੰ ਕਰ ਰਹੇ ਨੇ ਵੀ ਪਾਪ ਮਨੁੱਖ ਦੇ ਦੁੱਖਾਂ ਦੀ ਵਜ੍ਹਾ ਹੈ, ਕਾਰਨ ਹੈ। ਜਿਸ ਵੇਲੇ ਮਨੁੱਖ ਆਪਣੇ ਪਾਪ ਦਾ ਬੋਧ ਕਰਕੇ ਉਸ ਤੋਂ ਮੁਕਤ ਹੋ ਜਾਂਦਾ ਹੈ ਤਾਂ ਉਸ ਪਾਪ ਦੇ ਬੇਸ ਉੱਤੇ ਖੜਾ ਹੋਇਆ ਦੁੱਖ ਵੀ ਆਪਣੇ ਆਪ ਢਹਿ ਢੇਰੀ ਹੋ ਜਾਂਦਾ। ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਦੁੱਖ ਨੂੰ ਪਰਿਭਾਸ਼ਿਤ ਕੀਤਾ ਹੈ, ਉਹ ਦੁੱਖ ਜਿਹੜਾ ਵਿਸ਼ਿਆਂ ਤੇ ਵਿਕਾਰਾਂ ਵਿੱਚੋਂ ਪੈਦਾ ਹੋਇਆ, ਮੰਦੇ ਆਚਰਣ ਦਾ ਦੁੱਖ, ਪਤਿਤ ਹੋਣ ਦਾ ਦੁੱਖ। ਤੋ ਸਤਿਗੁਰੂ ਪਾਤਸ਼ਾਹ ਦੂਸਰੇ ਬੰਦ ਵਿੱਚ ਫਰਮਾਉਂਦੇ ਨੇ, ਗੱਜ ਕੋ ਤਰਾਸ ਮਿਟੀ ਛਿਨਹੂ ਮੈਂ ਜਬ ਹੀ ਰਾਮ ਬਖਾਨ। ਇਹ ਵੀ ਭਾਗਵਤ ਕਥਾ ਦੇ ਵਿੱਚ, ਭਾਗਵਤ ਪੁਰਾਣ ਦੀ ਇਹ ਕਥਾ ਹੈ, ਉਹਦਾ ਹਵਾਲਾ ਹੈ ਜੋ ਸਤਿਗੁਰੂ ਨੇ ਇੱਥੇ ਬਖਸ਼ਿਆ ਹੈ ਵੀ ਦੇਵਤਿਆਂ ਦੀ ਸਭਾ ਦਾ ਇੱਕ ਗਵਈਆ ਹੈ, ਗੰਧਰਵ ਹੈ, ਜਿਸ ਨੂੰ ਉਹਨਾਂ ਦੀ ਕਥਾ ਮੁਤਾਬਕ ਸ਼ਰਾਬ ਮਿਲਣ ਕਰਕੇ ਤੇ ਉਹ ਗੱਜ ਹਾਥੀ ਦੀ ਜੂਨ ਪੈ ਜਾਂਦਾ। ਤੇ ਜਦੋਂ ਹਾਥੀ ਦੀ ਜੂਨ ਪੈਂਦਾ ਤੇ ਤੰਦੂਆ ਉਸ ਨੂੰ ਇੱਕ ਸਰੋਵਰ ਵਿੱਚ, ਛੱਪੜ ਵਿੱਚ ਫੜ ਲੈਂਦਾ ਹੈ ਤੇ ਉਹ ਮੁਕਤ ਹੋਣ ਵਾਸਤੇ ਪ੍ਰਾਰਥਨਾ ਕਰਦਾ ਹੈ, ਅਰਦਾਸ ਕਰਦਾ ਹੈ, ਤਰਲਾ ਲੈਂਦਾ ਹੈ ਤੇ ਫਿਰ ਉਸ ਨੂੰ ਭਗਵਾਨ ਮੁਕਤ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਉਸ ਹਵਾਲੇ ਨੂੰ ਵਰਤਿਆ ਵੀ ਮਨੁੱਖੀ ਜੀਵਨ ਵੀ ਤਾਂ ਇਸੇ ਤਰ੍ਹਾਂ ਹੀ ਹੈ ਨਾ। ਅਸੀਂ ਵੀ ਵਿਕਾਰਾਂ ਦੀ ਜਿੱਲਣ ਕਰਕੇ, ਔਗਣਾ ਕਰਕੇ ਇੱਕ ਤਰ੍ਹਾਂ ਨਾਲ ਸਰਾਪਿਆ ਹੋਇਆ ਜੀਵਨ ਜੀਨੇ ਆ। ਫਿਰ ਵਿਕਾਰਾਂ ਦੀ ਜਿੱਲਣ ਵਿੱਚ ਧਸੇ ਹੋਏ, ਜਿੱਥੋਂ ਨਿਕਲਣ ਦੀ ਸਾਨੂੰ ਉਮੀਦ ਨਹੀਂ ਹੁੰਦੀ ਤੇ ਕੋਈ ਸਾਡਾ ਮਦਦਗਾਰ ਨਹੀਂ ਹੁੰਦਾ। ਕੌਣ ਹੈ ਜੋ ਸਾਨੂੰ ਵਿਕਾਰ ਤੇ ਔਗਣਾ ਦੀ ਜਿੱਲਣ ਵਿੱਚੋਂ ਕੱਢ ਸਕਦਾ ਹੈ? ਖਿਆਲ ਵਿੱਚ ਰੱਖਣਾ, ਕੋਈ ਮਨੁੱਖ ਮੰਦੇ ਆਚਰਣ ਦੇ ਕਾਰਨ ਵਿਕਾਰਾਂ ਵਿੱਚ ਨਕੋ ਨਕ ਧਸਿਆ ਹੋਵੇ ਤੇ ਅਸੀਂ ਚਾਹ ਕੇ ਵੀ ਜਿੰਨੇ ਮਰਜ਼ੀ ਅਸੀਂ ਗਿਆਨੀ ਹੋਈਏ, ਜਿੰਨੇ ਮਰਜ਼ੀ ਅਸੀਂ ਜਾਣਕਾਰ ਹੋਈਏ, ਜਿੰਨੇ ਮਰਜ਼ੀ ਅਸੀਂ ਇੰਟਲੈਕਚੁਅਲ ਹੋਈਏ, ਕਿ ਸਾਡੇ ਕੋਲ ਕੋਈ ਜੁਗਤ ਹੁੰਦੀ ਹੈ ਵੀ ਉਸ ਬੰਦੇ ਨੂੰ ਅਸੀਂ ਬਚਾ ਸਕੀਏ, ਮੰਦੇ ਆਚਰਣ ਤੋਂ ਮੁਕਤ ਕਰ ਸਕੀਏ? ਨਹੀਂ। ਕਈ ਵਾਰ ਚਾਹ ਕੇ, ਕਈ ਵਾਰ ਪਾਪ ਵਿੱਚ ਗ੍ਰਸਤ ਹੋਣ ਵਾਲਾ ਬੰਦਾ ਜਿਹੜਾ ਹੈ, ਮੰਦੇ ਰਾਹ 'ਤੇ ਤੁਰਨ ਵਾਲਾ ਬੰਦਾ ਜਿਹੜਾ, ਉਹ ਖੁਦ ਹੀ ਬੜਾ ਜਾਣਕਾਰ ਹੁੰਦਾ ਹੈ, ਉਹ ਖੁਦ ਵੀ ਕਈ ਗੱਲਾਂ ਦਾ ਗਿਆਨੀ ਹੁੰਦਾ ਹੈ, ਪਰ ਇਹਦੇ ਬਾਵਜੂਦ ਵੀ ਉਹ ਡਿੱਗਦਾ ਹੈ। ਪਰ ਗੁਰੂ ਪਾਤਸ਼ਾਹ ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਰੱਬੀ ਬਖਸ਼ਿਸ਼ ਮਨੁੱਖ ਨੂੰ ਸਟੇਬਲ ਰੱਖਦੀ ਹੈ, ਟਿਕਾ 'ਚ ਰੱਖਦੀ ਹੈ, ਉਹਨੂੰ ਨਰਕ ਵਿੱਚ ਗਰਕ ਨਹੀਂ ਹੋਣ ਦਿੰਦੀ। ਤੇ ਜਦੋਂ ਕਿਸੇ ਮਨੁੱਖ ਦੀ ਵੇਦਨਾ ਇਹ ਬਣ ਜਾਏ ਕਿ ਹੇ ਮੇਰੇ ਮਾਲਕ, ਮੈਨੂੰ ਆਤਮ ਬਲ ਬਖਸ਼ੋ, ਰਹਿਮਤ ਕਰੋ, ਮੈਂ ਇਸ ਪਾਪ ਦੇ ਚਿੱਕੜ ਵਿੱਚੋਂ ਬਾਹਰ ਆ ਜਾਵਾਂ, ਤਾਂ ਸਤਿਗੁਰੂ ਆਖਦੇ ਨੇ ਫਿਰ ਉਸ ਦਾ ਉਹ ਮਦਦਗਾਰ ਵੀ ਹੁੰਦਾ। ਨਾਰਦ ਕਹਿਤ ਸੁਨਤ ਧਰੂ ਬਾਰਿਕ ਭਜਨ ਮਾਹੀ ਲਪਟਾਨੋ। ਨਾਰਦ ਦੇ ਕਹਿਣ ਉੱਤੇ, ਕਿ ਧਰੂ ਦੀ ਕਥਾ ਵਿੱਚ ਜ਼ਿਕਰ ਹੈ ਕਿ ਧਰੂ ਆਪਣੇ ਘਰ ਦੇ ਕਲੇਸ਼ ਕਾਰਨ, ਆਪਣੇ ਬਾਪ ਦੇ ਪਿਆਰ ਤੋਂ ਮਹਿਰੂਮ ਹੋਣ ਦੇ ਕਾਰਨ ਉਦਾਸ ਹੈ। ਉਸ ਨੂੰ ਰਾਹ ਵਿਖਾਉਂਦਾ ਹੈ ਨਾਰਦ ਰਿਸ਼ੀ, ਤੇ ਧਰੂ ਉੱਚੀ ਨਿਰਭੈ ਅਟਲ ਪਦਵੀ 'ਤੇ ਪਹੁੰਚ ਜਾਂਦਾ ਹੈ ਬੰਦਗੀ ਨਾਲ। ਉਸ ਕਥਾ ਨੂੰ ਸਤਿਗੁਰੂ ਇੱਥੇ ਹਵਾਲੇ ਵਜੋਂ ਵਰਤਦੇ ਨੇ। ਨਾਰਦ ਕਹਿਤ ਸੁਨਤ ਧਰੂ ਬਾਰਿਕ
ਭਜਨ ਮਾਹੇ ਲਪਟਾਨੋ, ਭਜਨ ਵਿੱਚ ਓਤ-ਪੋਤ, ਇਬਾਦਤ ਵਿੱਚ, ਰੱਬੀ ਗੁਣਾਂ ਵਿੱਚ, ਪਰਮੇਸ਼ਰੀ ਯਾਦ ਵਿੱਚ ਇੱਕ ਸੁਰ ਹੋ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਏ ਹੈਰਾਨ। ਅਮਰ ਦਾ ਮਤਲਬ, ਅਚਲ ਦਾ ਮਤਲਬ ਹੈ ਨਾ ਚੱਲਣ ਵਾਲੀ, ਟਿਕਾਂ ਵਾਲੀ ਮਨੋ ਅਵਸਥਾ, ਸਹਿਜ ਵਾਲਾ ਜੀਵਨ, ਜਿੱਥੇ ਭੁੱਖ ਨਹੀਂ ਰਹਿ ਗਈ, ਜਿੱਥੇ ਜੀਵਨ 'ਚ ਉਦਾਸੀ ਨਹੀਂ ਰਹਿ ਗਈ ਵੀ ਆਹ ਮਿਲਿਆ ਨਹੀਂ। ਕਿਸੇ ਵੇਲੇ ਧਰੂ ਉਦਾਸ ਹੈ ਵੀ ਉਸ ਨੂੰ ਬਾਪ ਦੀ ਗੋਦ ਵਿੱਚੋਂ ਉਤਾਰ ਦਿੱਤਾ ਗਿਆ, ਉਹਦੇ ਕੋਲੋਂ ਕੁਝ ਖੋਹ ਲਿਆ ਗਿਆ, ਉਹਨੂੰ ਦੁੱਖ ਹੈ। ਬਾਪ ਦੀ ਗੋਦ ਨਹੀਂ ਮਿਲੀ ਤੇ ਇਹਦਾ ਮਤਲਬ ਹੈ ਉਹਦਾ ਸਾਮਰਾਜ ਵੀ ਨਹੀਂ ਮਿਲੇਗਾ, ਉਹਦੇ ਹੱਕ ਹਕੂਕ, ਉਹਦੇ ਕੋਲ ਜੋ ਕੁਝ ਹੈ ਉਹਦੇ ਤੋਂ ਵੀ ਮੈਂ ਰਵਾਂਝਾ ਹੋਵਾਂਗਾ, ਮੇਰਾ ਦਰਜਾ ਘਟ ਗਿਆ ਹੈ। ਉਹ ਸਾਰਾ ਕੁਝ ਵਿਛੜਨ ਦਾ ਦੁੱਖ ਹੈ। ਕਿਸੇ ਵੇਲੇ ਸਟੇਬਲ ਨਹੀਂ ਹੈ ਮਨ, ਪਰ ਹੁਣ ਸੁਰਤ ਟਿਕਾ ਵਿੱਚ ਹੈ। ਅਚਲ ਅਮਰ ਨਾ ਮਰਨ ਵਾਲੀ, ਭਾਵ ਪਲ ਪਲ ਡਿੱਗਣ ਵਾਲੀ ਮਨੋ ਅਵਸਥਾ ਤੋਂ ਮੁਕਤ ਹੈ। ਨਿਰਭੈ, ਤੇ ਡਰ ਵੀ ਕੋਈ ਨਹੀਂ, ਕਿਸੇ ਚੀਜ਼ ਦੇ ਖੁੱਸ ਜਾਣ ਦਾ, ਗਵਾਚਣ ਦਾ ਖਦਸ਼ਾ ਨਹੀਂ। ਪਦ ਪਾਇਓ, ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ। ਜਗਤ ਜਾਹੇ ਹੈਰਾਨੋ, ਸੰਸਾਰ ਜਿਸ ਉੱਤੇ ਅਚਰਜ ਹੋਇਆ। ਨਾਨਕ ਕਹਿਤ ਭਗਤ ਰਛਕ ਹਰ, ਨਿਕਟ ਤਾਹੇ ਤੁਮ ਮਾਨੋ। ਸਤਿਗੁਰੂ ਆਖਦੇ ਨੇ, ਨਾਨਕ ਆਖਦਾ ਹੈ, ਨਾਨਕ ਸ਼ਬਦ ਦੀ ਮੋਹਰ ਛਾਪ ਵਰਤ ਕੇ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਭਗਤ ਰਛਕ ਹਰ, ਆਪਣੇ ਭਗਤਾਂ ਦਾ ਉਹ ਰੱਖਿਅਕ ਹੈ, ਉਹਨਾਂ ਨੂੰ ਵਿਸ਼ੇ ਵਿਕਾਰਾਂ ਵਿੱਚ ਮੁਬਤਲਾ ਹੋਣ ਤੋਂ ਬਚਾ ਲੈਂਦਾ ਹੈ, ਉਹਨਾਂ ਦਾ ਹਰ ਤਰ੍ਹਾਂ ਨਾਲ ਸਹਾਇਕ ਹੈ। ਜਿਸ ਨੂੰ ਮਹਾਰਾਜ ਨੇ ਕਿਹਾ ਪੈਜ ਰੱਖਦਾ ਆਇਆ ਰਾਮ ਰਾਜੇ। ਤੋ ਸਤਿਗੁਰੂ ਕਹਿੰਦੇ ਨੇ, ਨਿਕਟ ਤਾਹੇ ਤੁਮ ਮਾਨੋ, ਹੇ ਭਾਈ ਉਸ ਨੂੰ ਆਪਣੇ ਨੇੜੇ ਸਮਝੋ, ਆਪਣੇ ਵਜੂਦ ਵਿੱਚ ਵਸਦਾ ਹੋਇਆ ਸਮਝੋ, ਉਸ ਨੂੰ ਆਪਣੇ ਆਪ ਵਿੱਚੋਂ ਤਲਾਸ਼ੋ, ਉਸ ਨੂੰ ਆਪਣੇ ਆਪ ਵਿੱਚੋਂ ਜਾਣੋ, ਤਾਂ ਕਿ ਤੁਸੀਂ ਵਿਸ਼ੇ ਵਿਕਾਰਾਂ ਤੋਂ ਅਤੇ ਇਸ ਤੋਂ ਉਤਪੰਨ ਪੈਦਾ ਹੋਣ ਵਾਲੇ ਦੁੱਖਾਂ ਤੋਂ ਮੁਕਤ ਹੋ ਸਕੋ। ਸਤਿਗੁਰੂ ਕਿਰਪਾ ਕਰਨ, ਇਹ ਮੁਬਾਰਕ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।